ਇਹ ਕਹਿੰਦੇ ਨੇ ਕਿ ਐਮਐਸਪੀ ਖਤਮ ਹੋਏਗਾ। ਮੈਂ ਸਾਫ਼ ਕਹਿਣਾ ਚਾਹੁੰਦਾ ਹਾਂ, ਐਮਐਸਪੀ ਪਹਿਲੇ ਵੀ ਸੀ, ਐਮਐਸਪੀ ਅੱਜ ਵੀ ਹੈ, ਐਮਐਸਪੀ ਅੱਗੇ ਵੀ ਰਹੇਗੀ। ਕਿਸਾਨ ਦੀ ਜ਼ਮੀਨ ਗਰੰਟੀਡ ਰਹੇਗੀ, ਉਹ ਕਿਸਾਨ ਦੀ ਹੀ ਰਹੇਗੀ। ਕੋਈ ਵੀ ਵਪਾਰੀ ਆਏਗਾ ਉਹ ਕੇਵਲ ਫਸਲ ਦਾ ਠੇਕਾ ਕਰ ਸਕਦਾ ਹੈ, ਜ਼ਮੀਨ ਦਾ ਠੇਕਾ ਨਹੀਂ ਕਰ ਸਕਦਾ। ਇਹ ਕਾਂਗਰਸੀਆਂ ਨੇ ਹੀ ਆਪਣੇ 2014 ਦੇ ਚੁਣਾਵ ਘੋਸ਼ਣਾ ਪੱਤਰ 2019 ਦੇ ਘੋਸ਼ਣਾ ਪੱਤਰ ਦੇ ਵਿੱਚ ਵੀ ਇਹ ਕਿਹਾ ਸੀ ਕਿ ਉਹ ਆ ਕੇ ਮੰਡੀਆਂ ਤੋਂ ਬਾਹਰ ਵੀ ਕਿਸਾਨਾਂ ਨੂੰ ਮੌਕਾ ਦੇਗੀ ਆਪਣੇ ਫਸਲ ਵੇਚਣ ਦਾ। ਜੇ ਕਾਂਗਰਸ ਉਦੋਂ ਕਹਿੰਦੀ ਸੀ ਤਾਂ ਅੱਜ ਵਿਰੋਧ ਕਿਉਂ ਕਰਦੀ ਹੈ? ਜੇ ਵਪਾਰੀ ਕਿਸੇ ਵੀ ਜਗ੍ਹਾ ਜਾ ਕੇ ਦੁਕਾਨ ਖੋਲ ਸਕਦਾ ਹੈ, ਕੁਝ ਹੋਰ ਖੋਲ ਸਕਦਾ ਹੈ, 10 ਜਗ੍ਹਾ ਜਾ ਕੇ ਸ਼ੋਰੂਮ ਖੋਲ ਸਕਦਾ ਹੈ, 10 ਬੰਦਿਆਂ ਨੂੰ ਮਾਲ ਵੇਚ ਸਕਦਾ ਹੈ, ਤਾਂ ਕਿਸਾਨ ਨੂੰ ਇੱਕ ਹੀ ਜਗ੍ਹਾ ਤੱਕ ਸੀਮਿਤ ਕਿਉਂ ਕੀਤਾ ਗਿਆ? ਕਾਂਗਰਸ 2022 ਦਾ ਚੁਣਾਵ ਦੇਖ ਰਹੀ ਹੈ। ਅਸੀਂ ਭਾਰਤੀ ਜਨਤਾ ਪਾਰਟੀ 2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਇਹ ਅੰਤਰ ਹੈ ਦੋ ਸੋਚਾਂ ਦਾ। ਨਵਾਂ ਖੇਤੀਬਾੜੀ ਬਿੱਲ ਜਦੋਂ ਦਾ ਆਇਆ ਪੂਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਲਗਾਤਾਰ ਸਿਆਸਤ ਵੀ ਗਰਮ ਹੈ। ਕਿਸਾਨ ਧਰਨੇ ਤੇ ਬੈਠਾ ਹੋਇਆ ਕੱਲ ਪੂਰਾ ਦਿਨ ਜਾਮ ਰਿਹਾ ਹੈ। ਕਈ ਚੀਜ਼ਾਂ ਨੇ ਜਿਹੜੀ ਕਿਸਾਨ ਕਹਿ ਰਹੇ ਨੇ, ਕਈ ਖਦਸ਼ੇ ਨੇ ਉਹਨਾਂ ਦੇ ਅੰਦਰ, ਕਈ ਡਾਊਟ ਨੇ, ਉਹ ਕਲੀਅਰ ਚਾਹੁੰਦੇ ਨੇ। ਮੇਰੇ ਨਾਲ ਇਸ ਵਕਤ ਐਕਸਕਲੂਸਿਵਲੀ ਮੇਰੇ ਨਾਲ ਮੌਜੂਦ ਨੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨਾਲ ਗੱਲਬਾਤ ਵੀ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਧੰਨਵਾਦ ਬਹੁਤ ਬਹੁਤ। ਸਭ ਤੋਂ ਪਹਿਲਾਂ ਕਿਸਾਨ ਜਿਹੜਾ ਉਹ ਇਹੀ ਕਹਿ ਰਿਹਾ ਕਿ ਸਾਨੂੰ ਇਸ ਬਿੱਲ ਦੀ ਲੋੜ ਨਹੀਂ, ਕਿਉਂ ਥੋਪ ਰਹੇ ਹੋ ਤੁਸੀਂ, ਤਾਂ ਕਿਉਂ ਕਿਸਾਨਾਂ ਤੇ ਬਿੱਲ ਲਾਇਆ ਜਾ ਰਿਹਾ? ਪਹਿਲੀ ਗੱਲ ਤਾਂ ਹੈ, ਮੋਦੀ ਸਰਕਾਰ ਨੇ ਜਿੰਨੇ ਵੀ ਕਦਮ ਉਠਾਏ ਨੇ ਇਹ ਸਾਰੇ ਕਦਮ ਕਿਸਾਨਾਂ ਦੇ ਹਿੱਤ 'ਚ ਨੇ। ਤੇ ਪਿਛਲੇ 6 ਸਾਲ ਵੀ ਤੁਸੀਂ ਦੇਖੋ ਤਾਂ ਅਸੀਂ ਲਗਾਤਾਰ ਪਹਿਲੇ ਖਾਦ ਦੀ ਕੀਮਤਾਂ ਘਟਾਉਣ ਦਾ ਕੰਮ ਕੀਤਾ ਹੈ। ਫਿਰ ਜਦੋਂ ਯੂਪੀਏ ਦੇ ਟਾਈਮ ਤੇ ਕਾਂਗਰਸ ਦੇ ਟਾਈਮ ਤੇ 20 ਲੱਖ ਕਰੋੜ ਰੁਪਇਆ ਨਾਬਾਰਡ ਦੇ ਮਾਧਿਅਮ ਤੇ ਕਿਸਾਨਾਂ ਨੂੰ ਮਿਲਦਾ ਸੀ, ਹੁਣ 35 ਲੱਖ ਕਰੋੜ ਰੁਪਇਆ ਕਿਸਾਨਾਂ ਨੂੰ ਮਿਲਦਾ ਹੈ। ਇਹੀ ਨਹੀਂ, ਇਹ ਲਗਭਗ ਦੁੱਗਣਾ 6 ਸਾਲਾਂ 'ਚ ਹੋ ਗਿਆ ਹੈ। ਇਸ ਤੋਂ ਇਲਾਵਾ ਐਮਐਸਪੀ ਦੀ ਕੀਮਤਾਂ ਵੀ 35% ਤੋਂ ਲੈ ਕੇ 73% ਤੱਕ ਵਧੀਆਂ ਨੇ ਪਿਛਲੇ 6 ਸਾਲਾਂ, ਜਿਹੜੀ ਮੋਦੀ ਸਰਕਾਰ ਨੇ ਵਧਾਈ ਹੈ। ਕਿਸਾਨਾਂ ਦੀ ਖਰੀਦ ਤੇ ਲੱਖੋਂ ਕਰੋੜ ਰੁਪਏ ਜ਼ਿਆਦਾ ਖਰਚ ਕੀਤਾ ਹੈ ਜਿੰਨਾ ਯੂਪੀਏ ਨੇ, ਯਾਨੀ ਕਿ ਕਾਂਗਰਸ ਦੀ 10 ਸਾਲ ਦੀ ਸਰਕਾਰ 'ਚ ਐਮਐਸਪੀ ਲਈ ਪੈਸਾ ਖਰਚ ਕੀਤਾ ਖਰੀਦ ਲਈ, ਉਹਨਾਂ ਅਸੀਂ 5 ਸਾਲਾਂ 'ਚ ਖਰੀਦ ਕੀਤੀ ਹੈ। ਅਸੀਂ ਕਿਸਾਨਾਂ ਦੇ ਹਿੱਤ ਕਦਮ ਚੱਕੇ ਨੇ। ਦੂਸਰਾ ਅੰਕੜਾ ਮੈਂ ਤੁਹਾਨੂੰ ਦੇਣਾ ਚਾਹੁੰਦਾ, ਗੇਹੂੰ ਦੀ ਖਰੀਦ 73% ਜ਼ਿਆਦਾ ਹੋਈ, ਧਾਨ ਦੀ ਖਰੀਦ 114% ਜ਼ਿਆਦਾ ਹੋਈ। ਇਹ ਮੋਦੀ ਸਰਕਾਰ ਦੇ ਟਾਈਮ ਤੇ ਹੋਈ ਹੈ। ਇਹ ਜਿਹੜਾ ਝੂਠ ਫੈਲਾ ਰਹੇ ਨੇ ਕਾਂਗਰਸੀ ਜਾਂ ਬਾਕੀ ਰਾਜਨੀਤਿਕ ਦਲ, ਇਹਨਾਂ ਨੂੰ ਪੁੱਛੋ, ਇਹ ਕਹਿੰਦੇ ਨੇ ਕਿ ਐਮਐਸਪੀ ਖਤਮ ਹੋਏਗਾ। ਮੈਂ ਸਾਫ਼ ਕਹਿਣਾ ਚਾਹੁੰਦਾ ਹਾਂ, ਐਮਐਸਪੀ ਪਹਿਲੇ ਵੀ ਸੀ, ਐਮਐਸਪੀ ਅੱਜ ਵੀ ਹੈ, ਐਮਐਸਪੀ ਅੱਗੇ ਵੀ ਰਹੇਗਾ। ਜੇ ਐਡੀ ਗੱਲ ਸੀ ਤਾਂ ਕਾਂਗਰਸ ਨੇ ਅੱਜ ਤੱਕ ਇਹਦੇ ਬਾਰੇ ਕਾਨੂੰਨ ਕਿਉਂ ਨਹੀਂ ਬਣਾਇਆ? 55 ਸਾਲ ਤੱਕ ਕਾਂਗਰਸ ਸ਼ਾਸਨ 'ਚ ਰਹੀ ਹੈ, ਨਹੀਂ ਬਣਾ ਪਾਏ। ਅਸੀਂ ਅੱਜ ਵੀ ਕਹਿੰਦੇ ਐਮਐਸਪੀ ਦੀ ਵਿਵਸਥਾ ਪਹਿਲੇ ਵੀ ਸੀ, ਅੱਜ ਵੀ, ਅੱਗੇ ਵੀ ਰਹੇਗੀ। ਅਸੀਂ ਐਮਐਸਪੀ ਦੀ ਕੀਮਤਾਂ 35% ਤੋਂ 73% ਤੱਕ ਵਧਾਈਆਂ ਨੇ ਪਿਛਲੇ 5 ਸਾਲਾਂ 'ਚ। ਇਸ ਤੋਂ ਇਲਾਵਾ ਜਿਹੜਾ ਖੇਤੀ ਹੈ ਉਹ ਕਿਸਾਨ ਦੀ ਜ਼ਮੀਨ ਗਰੰਟੀਡ ਰਹੇਗੀ, ਉਹ ਕਿਸਾਨ ਦੀ ਹੀ ਰਹੇਗੀ। ਕੋਈ ਵੀ ਵਪਾਰੀ ਆਏਗਾ ਉਹ ਕੇਵਲ ਫਸਲ ਦਾ ਠੇਕਾ ਕਰ ਸਕਦਾ ਹੈ, ਜ਼ਮੀਨ ਦਾ ਠੇਕਾ ਨਹੀਂ ਕਰ ਸਕਦਾ। ਜ਼ਮੀਨ ਨੂੰ ਆਪਣੇ ਕਬਜ਼ੇ 'ਚ ਵਪਾਰੀ ਨਹੀਂ ਲੈ ਸਕਦਾ। ਇਹ ਪ੍ਰੋਟੈਕਸ਼ਨ ਕਿਸਾਨ ਨੂੰ ਦਿੱਤੀ ਗਈ ਹੈ। ਦੂਜਾ ਕੰਮ ਇਹ ਵੀ ਕੀਤਾ ਹੈ ਕਿ ਮੰਨ ਲਓ ਫਸਲ ਦਾ ਰੇਟ 1000 ਰੁਪਇਆ ਤੈਅ ਹੁੰਦਾ ਹੈ ਬੁਆਈ ਵੇਲੇ, ਪਰ ਜਦੋਂ ਕਟਾਈ ਦਾ ਟਾਈਮ ਆਉਂਦਾ ਤਾਂ ਮਾਰਕੀਟ 'ਚ 1500 ਰੁਪਏ ਦਾ ਰੇਟ ਹੋ ਜਾਂਦਾ ਹੈ। ਤਾਂ ਜਿਹੜਾ ਉੱਪਰਲਾ 500 ਰੁਪਏ ਉਹ ਵਪਾਰੀ ਨੂੰ ਨਹੀਂ ਮਿਲੇਗਾ, ਉਹ ਵੀ ਬਟਵਾਰਾ ਹੋਏਗਾ ਕਿਸਾਨ ਲਈ ਤੇ ਵਪਾਰੀ ਲਈ। ਇਹਦੇ 'ਚ ਕਿਸਾਨ ਨੂੰ ਕੀਮਤ ਜ਼ਿਆਦਾ ਮਿਲੇਗੀ। ਤੇ ਜੇ ਕਿਸਾਨ ਨੂੰ ਐਮਐਸਪੀ 'ਚ ਵੀ ਕੀਮਤ ਪਹਿਲੇ ਨਾਲੋਂ ਜ਼ਿਆਦਾ ਮਿਲੀ, ਅੱਗੇ ਕਿਸਾਨ ਨੂੰ ਐਮਐਸਪੀ ਮਿਲਦੀ ਰਹੇਗੀ, ਇਹਦੀ ਵੀ ਗਰੰਟੀ ਹੈ। ਤੇ ਹੁਣ ਜੇ ਫਸਲ ਦਾ ਠੇਕਾ ਦੇ ਕੇ ਉਹਨੂੰ ਪਹਿਲੇ ਹੀ ਪਤਾ ਚੱਲ ਜਾਏਗਾ ਕਿ ਉਹਦੀ ਕੀਮਤ ਜ਼ਿਆਦਾ ਮਿਲੇਗੀ ਤੇ ਉਹਦਾ ਨੁਕਸਾਨ ਨਹੀਂ ਹੋਏਗਾ, ਉਹਨੂੰ ਤਕਨੀਕੀ ਸਹਾਇਤਾ ਵੀ ਮਿਲੇਗੀ, ਬੈਂਕਾਂ ਤੋਂ ਕਰਜ਼ਾ ਵੀ ਮਿਲ ਜਾਏਗਾ, ਅੱਛਾ ਦਾਮ ਵੀ ਮਿਲੇਗਾ, ਤਾਂ ਇਹਦੇ 'ਚ ਕਿਸਾਨ ਦਾ ਨੁਕਸਾਨ ਕਿੱਥੇ ਹੈ? ਇਹ ਕੇਵਲ ਕਿਸਾਨ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ। ਇਹ ਕਾਂਗਰਸੀਆਂ ਨੇ ਹੀ ਆਪਣੇ 2014 ਦੇ ਚੁਣਾਵ ਘੋਸ਼ਣਾ ਪੱਤਰ 2019 ਦੇ ਘੋਸ਼ਣਾ ਪੱਤਰ ਦੇ ਵਿੱਚ ਵੀ ਇਹ ਕਿਹਾ ਸੀ ਕਿ ਉਹ ਆ ਕੇ ਮੰਡੀਆਂ ਤੋਂ ਬਾਹਰ ਵੀ ਕਿਸਾਨਾਂ ਨੂੰ ਮੌਕਾ ਦੇਗੀ ਆਪਣੇ ਫਸਲ ਵੇਚਣ ਦਾ। ਜੇ ਕਾਂਗਰਸ ਉਦੋਂ ਕਹਿੰਦੀ ਸੀ ਤਾਂ ਅੱਜ ਵਿਰੋਧ ਕਿਉਂ ਕਰਦੀ ਹੈ? 2017 ਦਾ ਚੁਣਾਵ ਕਾਂਗਰਸ ਨੇ ਲੜਿਆ ਪੰਜਾਬ 'ਚ, ਉਦੋਂ ਵੀ ਕਿਹਾ ਕਿ ਅਸੀਂ ਮੰਡੀ ਤੋਂ ਬਾਹਰ ਕਿਸਾਨ ਨੂੰ ਵੇਚਣ ਦੀ ਵਿਵਸਥਾ ਦੇਵਾਂਗੇ। ਪੰਜਾਬ ਦੀ ਸਰਕਾਰ ਨੇ ਜੇ ਬਿੱਲ ਪਾਸ ਕੀਤਾ ਤਾਂ ਕਿਉਂ ਕੀਤਾ? ਜੇ ਨਹੀਂ ਕੀਤਾ
ਤਾਂ ਕੀ ਕਿਸਾਨਾਂ ਨੂੰ ਗੁੰਮਰਾਹ ਕਰਕੇ ਪਹਿਲੇ ਵੋਟਾਂ ਲੈ ਲਈਆਂ। ਕਾਂਗਰਸ ਨੇ ਪੰਜਾਬ 'ਚ ਆ ਕੇ ਕਿਹਾ ਸੀ ਕਿ ਜਿੰਨੇ ਕਿਸਾਨ ਨੇ ਸਾਰਿਆਂ ਦਾ ਅਸੀਂ ਕਰਜ਼ਾ ਮਾਫ ਕਰ ਦੇਵਾਂਗੇ। ਅੱਜ ਤੱਕ ਕਿੰਨਿਆਂ ਦਾ ਕਰਜ਼ਾ ਮਾਫ ਹੋਇਆ? ਕਾਂਗਰਸ ਨੇ ਇਹ ਵੀ ਕਿਹਾ ਸੀ ਜਿਨ੍ਹਾਂ ਨੇ ਆਤਮ ਹੱਤਿਆ ਕੀਤੀ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦੇਵਾਂਗੇ। ਕੀ ਦਿੱਤੀ ਹੈ? ਕਿੱਥੇ ਦਿੱਤੀ ਹੈ? ਇਹ ਕੇਵਲ ਝੂਠੇ ਵਾਅਦੇ ਕਰਦੇ ਨੇ। ਦੂਜੇ ਪਾਸੇ ਮੋਦੀ ਸਰਕਾਰ ਹੈ, ਜਿਹੜੀ ਮੋਦੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਦਿੱਤਾ। ਸਵਾਮੀਨਾਥਨ ਕਮੇਟੀ ਨੇ ਕਿਹਾ ਸੀ ਲਾਗਤ ਪਲੱਸ 50% ਯਾਨੀ ਕਿ 150% ਕੀਮਤ ਕਿਸਾਨ ਨੂੰ ਮਿਲੇਗੀ। ਕਾਂਗਰਸ 10 ਸਾਲ ਸਰਕਾਰ 'ਚ ਰਹੀ, ਕਾਂਗਰਸ ਨੇ ਨਹੀਂ ਕੀਤਾ। ਲੇਕਿਨ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਆਈ ਤਾਂ ਸਾਡੀ ਸਰਕਾਰ ਨੇ ਕਰਕੇ ਦਿੱਤਾ ਹੈ। ਇਹਦੇ ਵਿੱਚ ਇੱਕ ਜਿਹੜਾ ਮੇਨ ਸਵਾਲ ਕਿਸਾਨ ਪੁੱਛ ਰਹੇ ਨੇ ਕਿ ਮੰਡੀ ਤੋਂ ਬਾਹਰ ਇੱਕ ਦੁਕਾਨ ਖੁੱਲ ਜਾਏਗੀ, ਉੱਥੇ ਚਲੋ 4 ਪੈਸੇ ਵਾਧੇ ਮਿਲਣਗੇ, ਹੌਲੇ ਹੌਲੇ ਮੰਡੀਆਂ ਬੰਦ ਹੋ ਜਾਣਗੀਆਂ ਤੇ ਕੱਲ ਨੂੰ ਜਿਹੜੀ ਬਾਹਰ ਦੁਕਾਨ ਲੱਗੀ ਹੈ ਉਹਨਾਂ ਨੇ ਕਹਿ ਦੇਣਾ ਭਾਈ ਅਸੀਂ 1500 ਦੇਣਾ, ਅਸੀਂ 2000 ਨਹੀਂ ਦੇਣਾ, MSP ਤੋਂ ਵੀ ਥੱਲੇ ਦੇਣਾ। ਫਿਰ ਕਿੱਧਰ ਜਾਣਗੇ? ਮੰਡੀ ਤਾਂ ਖਤਮ ਹੋ ਗਈ। ਇਹ ਸਭ ਤੋਂ ਵੱਡਾ ਸਵਾਲ ਉਹਨਾਂ ਵੱਲੋਂ ਕੀਤਾ ਜਾ ਰਿਹਾ। ਇਹੀ ਭ੍ਰਮ ਕਾਂਗਰਸ ਨੇ 2017 'ਚ ਫੈਲਾਇਆ ਜਦੋਂ GST ਆਇਆ। ਕਾਂਗਰਸ ਨੇ ਕਿਹਾ GST ਆਏਗਾ ਦੁਕਾਨਾਂ ਬੰਦ ਹੋ ਜਾਣਗੀਆਂ। ਕਿੰਨੀਆਂ ਦੁਕਾਨਾਂ ਬੰਦ ਹੋਈਆਂ? ਵਪਾਰੀ ਨੂੰ ਲਾਭ ਹੋਇਆ ਪਹਿਲੇ ਨਾਲੋਂ ਜ਼ਿਆਦਾ। ਜਿਹੜਾ ਟਾਈਮ 5 ਦਿਨ ਲੱਗਦਾ ਸੀ ਬੰਬੇ ਤੋਂ ਟਰੱਕ ਇੱਥੇ ਪਹੁੰਚਣ ਦਾ, ਹੁਣ 2.5 ਦਿਨਾਂ 'ਚ ਪਹੁੰਚ ਜਾਂਦਾ ਹੈ। ਢੁਲਾਈ ਵੀ ਸਸਤੀ ਹੋ ਗਈ ਹੈ। ਕਿਉਂ? ਚੁੰਗੀ ਨਾਕੇ ਸਭ ਖਤਮ ਹੋ ਗਏ ਨੇ, ਟੈਕਸ ਪਹਿਲੇ ਤੋਂ ਘਟ ਗਿਆ ਹੈ। ਇਹ ਸਾਰਾ ਲਾਭ ਕਿਹਨੂੰ ਮਿਲਿਆ? ਉਪਭੋਗਤਾ ਨੂੰ ਮਿਲਿਆ ਹੈ, ਕਿਉਂਕਿ ਉਹਨੂੰ ਜਿਹੜੀ ਸਮਾਨ ਹੈ ਸਸਤਾ ਮਿਲਿਆ। ਵਪਾਰੀ ਦੀ ਵੀ ਕਮਾਈ ਵਧੀ, ਉਹਦਾ ਖਰਚਾ ਘਟ ਗਿਆ। ਇੱਥੇ ਵੀ ਕਿਸਾਨ ਨੂੰ ਇਹੀ ਹੋਏਗਾ। ਜਿਹੜਾ ਮੰਡੀਆਂ 'ਚ 8.5% ਟੈਕਸ ਲਗਾਉਂਦੀ ਹੈ ਕਾਂਗਰਸ ਦੀ ਸਰਕਾਰ ਪੰਜਾਬ 'ਚ, 3,500 ਕਰੋੜ ਰੁਪਏ ਉੱਤੋਂ ਇਕੱਠਾ ਕਰਦੀ ਹੈ। ਜੋ 3,500 ਕਰੋੜ ਉੱਤੋਂ ਇਕੱਠਾ ਨਹੀਂ ਹੋਏਗਾ ਤਾਂ ਉਹ ਕਿਹਨੂੰ ਜਾਏਗਾ? ਉਹ ਕਿਸਾਨ ਨੂੰ ਉਹਦਾ ਲਾਭ ਮਿਲੇਗਾ, ਕਿਉਂਕਿ ਜਦੋਂ ਵਪਾਰੀ ਦਾ ਵੀ ਬਚੇਗਾ ਤਾਂ ਕਿਸਾਨ ਨੂੰ ਵੀ ਜ਼ਿਆਦਾ ਪੈਸਾ ਦੇਗਾ। ਕਿਸਾਨ ਹੀ ਕਿਉਂ ਕੇਵਲ ਮੰਡੀ ਤੱਕ ਸੀਮਿਤ ਹੈ? ਜੇ ਵਪਾਰੀ ਕਿਸੇ ਵੀ ਜਗ੍ਹਾ ਜਾ ਕੇ ਦੁਕਾਨ ਖੋਲ ਸਕਦਾ ਹੈ, ਕੁਝ ਹੋਰ ਖੋਲ ਸਕਦਾ ਹੈ, 10 ਜਗ੍ਹਾ ਜਾ ਕੇ ਸ਼ੋਰੂਮ ਖੋਲ ਸਕਦਾ ਹੈ, 10 ਬੰਦਿਆਂ ਨੂੰ ਮਾਲ ਵੇਚ ਸਕਦਾ ਹੈ, ਤਾਂ ਕਿਸਾਨ ਨੂੰ ਇੱਕ ਹੀ ਜਗ੍ਹਾ ਤੱਕ ਸੀਮਿਤ ਕਿਉਂ ਕੀਤਾ ਗਿਆ ਹੈ? ਕਿ ਉਹਨੂੰ ਖੁੱਲ੍ਹਾ ਰਹਿਣ ਦਾ ਅਧਿਕਾਰ ਨਹੀਂ ਹੈ? ਅਸੀਂ ਮੌਕਾ ਦਿੱਤਾ ਹੈ ਇੱਕ ਦੇਸ਼ ਇੱਕ ਬਾਜ਼ਾਰ, ਯਾਨੀ ਕਿ ਪੂਰੇ ਦੇਸ਼ ਸਮਾਨ ਵੇਚ ਸਕਦਾ ਹੈ। ਇੱਕ ਦੇਸ਼ ਇੱਕ ਬਾਜ਼ਾਰ, ਜ਼ਿਆਦਾ ਪੈਸਾ ਜ਼ਿਆਦਾ ਵਪਾਰ ਇੱਕ ਕਿਸਾਨ ਨੂੰ ਮਿਲੇਗਾ। ਇਹਦੇ ਕਿਸਾਨ ਦੀ ਆਮਦਨ ਵਧੇਗੀ। ਉਹ ਕਿਸਾਨ ਪੰਜਾਬ ਦਾ ਹੋਵੇ, ਹਰਿਆਣਾ ਦਾ ਹੋਵੇ, ਉਹ ਦੇਸ਼ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਟਾਈਮ ਤੇ ਕਿਸੇ ਵੀ ਦਾਮ ਤੇ ਮਾਲ ਵੇਚ ਸਕਦਾ ਹੈ। ਤੁਸੀਂ ਕਹਿ ਰਹੇ ਹੋ ਕਿ MSP ਨਹੀਂ ਡਾਊਨ ਹੋਏਗੀ, MSP ਦਿੱਤੀ ਜਾਏਗੀ। ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਰਹੇ ਨੇ, ਕ੍ਰਿਸ਼ੀ ਮੰਤਰੀ ਵੀ ਕਹਿ ਰਹੇ ਨੇ, ਤਾਂ ਉਹ ਲੈਣ ਇੱਕ ਪਾ ਦਿਓ ਬਿੱਲ ਦੇ ਵਿੱਚ ਕਿ MSP ਰਹੇਗੀ, ਕਿਸਾਨਾਂ ਨੇ ਸ਼ਾਂਤ ਹੋ ਜਾਣਾ। ਮੈਂ ਕਿਸਾਨਾਂ ਭਾਈਆਂ ਤੇ ਭੈਣਾਂ ਨੂੰ ਇੱਕ ਬੜਾ ਸਿੱਧਾ ਸਵਾਲ ਕਹਿਣਾ ਚਾਹੁੰਦਾ ਹੈ। ਉਹ ਪੁੱਛਣ ਕਾਂਗਰਸ ਨੂੰ, 55 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਕਾਂਗਰਸ ਨੇ ਕ੍ਰਿਸ਼ੀ ਦੇ ਕਾਨੂੰਨ ਦੇ ਵਿੱਚ MSP ਨੂੰ ਕਿਉਂ ਨਹੀਂ ਪਾਇਆ? ਕਿਉਂ ਨਹੀਂ ਪਾਇਆ? ਇਹ ਜਿਹੜੀ ਕਾਂਗਰਸ ਅੱਜ ਸਵਾਲ ਖੜਾ ਕਰਦੀ, ਕਿਉਂ ਨਹੀਂ ਪਾਇਆ? MSP ਦੀ ਵਿਵਸਥਾ ਪ੍ਰਸ਼ਾਸਨਿਕ ਹੈ। ਉਹ ਜਿੰਨੇ ਸਾਲਾਂ ਤੋਂ ਚੱਲ ਰਹੀ ਉਹ ਲਗਾਤਾਰ ਚੱਲੀ ਜਾ ਰਹੀ ਹੈ। ਮੋਦੀ ਦੀ ਸਰਕਾਰ ਆਈ, ਉਸ ਟਾਈਮ ਤੇ ਮੋਦੀ ਦੀ ਸਰਕਾਰ 'ਚ ਵੀ ਉੱਤੇ 35% ਤੋਂ 73% ਦਾਮ ਵਧੇ ਨੇ। ਸਮਰਥਨ ਮੁੱਲ, ਨਿਊਨਤਮ ਸਮਰਥਨ ਮੁੱਲ MSP 35% ਤੋਂ 73% ਮੋਦੀ ਦੀ ਸਰਕਾਰ ਦੇ ਟਾਈਮ ਤੇ ਵਧਿਆ ਹੈ। ਹੁਣ ਕਾਂਗਰਸ ਕੋਲ ਇਹਦਾ ਜਵਾਬ ਕੋਈ ਨਹੀਂ ਹੈ। ਇੱਕ ਦੂਜੀ ਤੁਸੀਂ ਗੱਲ ਕਹੀ ਕਿ ਬਾਹਰਲੇ ਵਪਾਰੀ ਆਣਗੇ ਉਹ ਖਰੀਦ ਸਕਦੇ ਨੇ, ਕੰਟਰੈਕਟ ਫਾਰਮਿੰਗ ਦੀ ਗੱਲ ਇਹਦੇ ਵਿੱਚ ਹੋਈ ਹੈ। ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਮੰਡੀ ਦੇ ਅੰਦਰ ਜਾਣਦੇ ਨੇ ਕਿ ਫਲਾਣਾ ਆੜਤੀ ਹੈ, ਇਹ ਪੈਸੇ ਦੇਗਾ, ਇਹ ਅੱਗੇ ਸਮਾਨ ਵੇਚੇਗਾ। ਬਾਹਰ ਕਿਹਦੇ ਨਾਲ ਮਿਲਣਗੇ, ਮੋਬਾਈਲ ਚਲਾਉਣ ਉਹਨਾਂ ਨੂੰ ਨਹੀਂ ਆਉਂਦੇ। ਟ੍ਰੇਡਿੰਗ ਜਿਹੜੀ ਉਹ ਕਿਸ ਤਰ੍ਹਾਂ ਕਿਸਾਨ ਕਰ ਸਕੇਗਾ? ਦੂਜੀ ਗੱਲ ਜਿਹੜਾ ਦਾ ਇੱਕ ਵਿਵਹਾਰ ਵੀ ਹੁੰਦਾ ਕਿ ਆੜਤੀ ਤੋਂ 2 ਲੱਖ ਰੁਪਏ ਲੈ ਲਿਆ ਕਿਸਾਨ ਨੇ ਵਿਆਹ ਵਾਸਤੇ, ਉਹਨੂੰ ਬਾਅਦ 'ਚ ਫਸਲ 'ਚ ਕਟਾਤਾ, ਉਹ ਵਿਵਹਾਰ ਵੀ ਖਤਮ ਹੋ ਜਾਏਗਾ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਇਹੀ ਤਾਂ ਚੀਜ਼ਾਂ ਉਹਨਾਂ ਨੂੰ ਇਹ ਖਦਸ਼ੇ ਆ ਰਹੇ ਨੇ। ਤੁਹਾਨੂੰ ਕਿਉਂ ਲੱਗਦਾ ਹੈ ਇਹ ਖਤਮ ਹੋ ਜਾਏਗਾ? ਤੁਹਾਡੇ ਮਨ 'ਚ ਕਿਉਂ ਸ਼ੰਕਾ ਹੈ ਖਤਮ ਹੋ ਜਾਏਗਾ? ਕਿ ਉਹ ਉਹਨਾਂ ਦਾ ਕਹਿਣਾ ਕਿ ਅਗਰ ਆੜਤੀ ਨੂੰ ਅਗਰ ਕੰਮ ਹੀ ਖਤਮ ਹੋ ਗਿਆ ਮੰਡੀ ਦੇ ਵਿੱਚ ਤਾਂ ਬਾਹਰ ਵਾਲੇ ਤਾਂ ਦੂਜੇ ਹੋ ਗਏ। ਨਹੀਂ, ਆੜਤੀ ਦਾ ਕੰਮ ਕਿਉਂ ਖਤਮ ਹੋਏਗਾ ਮੰਡੀ 'ਚ? ਬਾਹਰ ਮੰਨ ਲਓ ਵਧੀਆ ਅਗਰ ਦੁਕਾਨਾਂ ਖੁੱਲ ਗਈਆਂ, ਸਭ ਕੁਝ ਹੋ ਗਿਆ ਤਾਂ ਕਿਸਾਨ ਨੇ ਬਾਹਰ ਜਾਣਾ। ਇਹਦਾ ਮਤਲਬ ਕਿ ਕਿਸਾਨ ਬੇਸ਼ੱਕ ਨੁਕਸਾਨ ਕਰਦਾ ਰਹੇ ਪਰ ਪੰਜਾਬ ਦੀ ਸਰਕਾਰ ਆਪਣਾ 3,500 ਕਰੋੜ ਰੁਪਏ ਇਕੱਠੀ ਕਰਦੀ ਰਹੇ। ਇਹੀ ਫਰਕ ਹੈ। ਪੰਜਾਬ ਦੀ ਸਰਕਾਰ ਆਪਣੀ ਕਮਾਈ ਦੇਖ ਰਹੀ ਹੈ, ਮੋਦੀ ਸਰਕਾਰ ਕਿਸਾਨਾਂ ਦੀ ਕਮਾਈ ਦੀ ਚਿੰਤਾ ਕਰ ਰਹੀ ਹੈ। ਅਸੀਂ ਕਿਸਾਨ ਨੂੰ ਜ਼ਿਆਦਾ ਕਮਾਉਣ ਦੀ ਗੱਲ ਕਰ ਰਹੇ ਹਾਂ। ਅਸੀਂ ਕਿਸਾਨ को ज़्यादा मौके देने की गल कर रहे हैं कि एक के बजाय 10 व्यापारी वो गेट के कोल खड़े हो कि तेरा माल असी खरीदने लिए तैयार है, तेरी फसल असी खरीदने लिए तैयार है। जे आड़ती पैसा दिंदा है तो दूजा व्यापारी भी पैसा देगा। नाले जे आड़ती की व्यवस्था असी बंद नहीं कर रहे वो भी है तो आड़ती भी कंपीट करे।
ਆੜਤੀ ਵੀ ਕੰਪੀਟ ਕਰੇ 10 ਹੋਰ ਵਪਾਰੀਆਂ ਨਾਲ, ਆੜਤੀ ਹੋ ਸਕਦਾ ਕਿਸਾਨ ਨੂੰ ਹੋਰ ਪਹਿਲੇ ਤੋਂ ਜ਼ਿਆਦਾ ਚੰਗਾ ਪੈਸਾ ਦੇਵੇ। ਇਹ ਕਿੰਨੇ ਮਨਾ ਕੀਤਾ ਹੈ? ਆੜਤੀ ਮੰਡੀ ਤੋਂ ਬਾਹਰ ਜਾ ਕੇ ਵੀ ਮਾਲ ਖਰੀਦ ਸਕਦਾ, ਵੇਚ ਸਕਦਾ, ਕਿਉਂ ਨਹੀਂ ਕਰ ਸਕਦਾ? ਉਹਨੂੰ ਕੋਈ ਆਪਸ਼ਨ ਹੈ, ਕੋਈ ਪ੍ਰਤੀਬੰਧ ਥੋੜੀ ਹੈ। ਤੁਹਾਡੇ ਕੋਲ ਸਿਰਫ ਇੱਕ ਪੈਨ ਕਾਰਡ ਹੋਣਾ ਚਾਹੀਦਾ, ਤੁਸੀਂ ਮਾਲ ਖਰੀਦ ਸਕਦੇ ਹੋ। ਉਹੀ ਆੜਤੀ ਮੰਡੀ ਕੋਲ ਵੀ, ਮੰਡੀ ਤੋਂ ਬਾਹਰ ਵੀ ਖਰੀਦ ਸਕਦਾ। ਇੱਕ ਮੰਨ ਲਓ ਕੰਟਰੈਕਟ ਫਾਰਮਿੰਗ ਹੋਈ, ਅਗਰ ਉਹਦੇ ਵਿੱਚ ਫਸਲ ਖਰਾਬ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਕਿਸਾਨਾਂ ਨੂੰ ਇਹ ਕਿ ਮੈਂ ਮੰਨ ਲਓ ਗੇਹੂੰ ਦੀ ਜਗ੍ਹਾ ਕੋਈ ਹੋਰ ਚੀਜ਼ ਲਗਾਉਂਦਾ ਹੈ, ਤਾਂ ਮੇਰੇ ਤੋਂ ਖਰੀਦੇਗਾ ਕੌਣ, ਮੈਨੂੰ ਬੀਜ ਕੌਣ ਦੇਗਾ? ਲਿਕੁਇਡ ਮਨੀ ਜਿਹੜਾ ਕਿਸਾਨ ਕੋਲ ਬਹੁਤ ਘੱਟ ਹੁੰਦਾ, ਐਸੈਟ ਬਹੁਤ ਜ਼ਿਆਦਾ ਹੈ, ਤੇ ਇਸ ਕਰਕੇ ਉਹ ਲਿਕੁਇਡ ਕਿੱਥੋਂ ਆਏਗਾ ਉਹਦੇ ਕੋਲ? ਇਹ ਸਾਰੀ ਚੀਜ਼ਾਂ ਦੇਖੋ, ਜਦੋਂ ਠੇਕਾ ਹੋਏਗਾ ਤਾਂ ਫਸਲ ਦਾ ਹੀ ਠੇਕਾ ਹੈ। ਜਿਹੜਾ ਵਪਾਰੀ ਫਸਲ ਖਰੀਦਣ ਦੀ ਗੱਲ ਕਰ ਰਿਹਾ, ਰੇਟ ਤੈਅ ਕਰ ਰਿਹਾ ਹੈ, ਉਹ ਕਿਸਾਨ ਨਾਲ ਬਹਿ ਕੇ ਉਹਨੂੰ ਬੀਜ ਵੀ ਦੇਗਾ, ਟੈਕਨੀਕ ਵੀ ਦੇਗਾ, ਸਭ ਕੁਝ ਦੇਗਾ, ਉਹਦੀ ਖਰੀਦ ਵੀ ਪੱਕੀ ਕਰੇਗਾ। ਇਹਦੇ 'ਚ ਕਿਸਾਨ ਦੀ ਉਪਜ ਹੋਰ ਵਧੇਗੀ ਤੇ ਗਰੰਟੀ ਹੋਏਗੀ ਕਿ ਘੱਟ ਤੋਂ ਘੱਟ ਇੰਨਾ ਦਾਮ ਤਾਂ ਮਿਲਣਾ ਹੀ ਹੈ। ਜੇ ਮਾਰਕੀਟ 'ਚ ਕਟਾਈ ਦੇ ਟਾਈਮ ਤੱਕ ਉਹਦਾ ਦਾਮ ਵੱਧ ਜਾਂਦਾ ਹੈ ਤਾਂ ਜਿੰਨਾ ਵਧਿਆ ਦਾਮ ਹੈ ਉਹਦੇ ਵੀ 2 ਹਿੱਸੇ ਹੋਣਗੇ, ਇੱਕ ਕਿਸਾਨ ਕੋਲ ਤੇ ਇੱਕ ਉਹ ਵਪਾਰੀ ਕੋਲ, ਠੇਕੇਦਾਰ ਕੋਲ ਜਾਏਗਾ। ਇਹਦੇ 'ਚ ਕਿਸਾਨ ਨੂੰ ਫਾਇਦਾ ਹੀ ਫਾਇਦਾ, ਨੁਕਸਾਨ ਕਿਸਾਨ ਨੂੰ ਕਿਤੇ ਵੀ ਨਹੀਂ ਹੈ। ਜਿਹੜਾ ਡਿਸਪਿਊਟ ਅਗਰ ਹੁੰਦਾ ਹੈ ਤਾਂ ਬਿਲ 'ਚ ਲਿਖਿਆ ਕਿ ਲੋਕਲ ਐਸਡੀਐਮ ਤੁਹਾਡਾ ਨਿਪਟਾਰਾ ਕਰੇਗਾ। ਕਿਸਾਨ ਕਹਿ ਰਹੇ ਨੇ ਕਿ ਐਸਡੀਐਮ ਕੋਲ ਇੰਨਾ ਟਾਈਮ ਕਿਤੇ ਕਿ ਸਾਡੇ ਨਿਪਟਾਰੇ ਕਰਾਉਣ, ਐਸਡੀਐਮ ਤੋਂ ਹੋਰ ਕੰਮ ਬਹੁਤ, ਸਾਨੂੰ ਅੰਦਰ ਨਹੀਂ ਵੜਨ ਦਿੰਦੇ, ਕਿੱਦਾਂ ਹੋਏਗਾ? ਇਹ ਸਾਡੀ ਚਿੰਤਾ ਹੈ, ਰਾਜ ਦੀ ਸਰਕਾਰ ਦੀ ਚਿੰਤਾ ਇਹਨੂੰ ਕਰਨਾ। ਇਹਦੇ ਲਈ ਅਸੀਂ ਮੁਕੱਦਮੇ ਕੋਰਟ 'ਚ ਜਾਣ ਦੀ ਗੱਲ ਨਹੀਂ ਕੀਤੀ। 1 ਮਹੀਨੇ ਦੇ ਅੰਦਰ ਐਸਡੀਐਮ ਨੂੰ ਆਰਡਰ ਦੇਣਾ ਹੀ ਹੈ ਤੇ 3 ਦਿਨ ਦੇ ਅੰਦਰ ਅੰਦਰ ਪੇਮੈਂਟ, ਪਹਿਲੇ ਇਹ ਕਿ 3 ਦਿਨ ਦੇ ਅੰਦਰ ਅੰਦਰ ਪੇਮੈਂਟ ਕਿਸਾਨ ਨੂੰ ਮਿਲੇਗੀ ਤਾਂ 24 ਘੰਟੇ ਦੇ ਅੰਦਰ ਹੀ, ਪਰ ਫਿਰ ਵੀ ਅਸੀਂ ਕਿਹਾ ਕਿ 3 ਦਿਨ ਦਾ ਟਾਈਮ ਇਹਦੇ 'ਚ ਦਿਓ। 3 ਦਿਨ ਦੇ ਅੰਦਰ ਕਿਸਾਨ ਨੂੰ ਪੇਮੈਂਟ ਮਿਲ ਜਾਏਗੀ। ਜੇ ਨਹੀਂ ਮਿਲਦੀ ਹੈ ਤਾਂ ਐਸਡੀਐਮ ਉਹਦਾ ਨਿਪਟਾਰਾ 1 ਮਹੀਨੇ ਦੇ ਅੰਦਰ ਕਰਕੇ ਦੇਗਾ। ਇਹ ਵਿਵਸਥਾ ਅਸੀਂ ਬਣਾਉਣ ਜਾ ਰਹੇ ਹਾਂ। ਬਾਕੀ ਜੇ ਸ਼ੰਕਾ ਕਿਸੇ ਨੂੰ ਕੋਈ ਹੋਏਗੀ ਤਾਂ 2 ਸਾਲ ਤੱਕ ਚਲਾ ਕੇ ਵੇਖੋ। ਜੇ 72 ਸਾਲ ਪੁਰਾਣਾ ਸਿਸਟਮ ਚਲਾ ਕੇ ਦੇਖਿਆ, ਉਹਦੇ 'ਚ ਫਾਇਦਾ ਨਹੀਂ ਹੋ ਪਾਇਆ ਤਾਂ ਇਹਦੇ 'ਚ ਤਾਂ ਫਾਇਦਾ ਦੇਖੋ। ਜੇ ਮੋਦੀ ਨੂੰ ਮੌਕਾ ਨਹੀਂ ਦਿੱਤਾ ਹੁੰਦਾ ਤੇ ਮੋਦੀ ਦੀ ਸਰਕਾਰ ਹੀ ਨਾ ਆਈ ਹੁੰਦੀ ਤਾਂ ਫਿਰ ਕਿਸਾਨਾਂ ਨੂੰ 6000 ਰੁਪਏ ਸਾਲ ਦਾ ਕਿੱਦਾਂ ਮਿਲਦਾ? 2-2000 ਰੁਪਏ ਦੀ ਕਿਸ਼ਤ ਆਉਂਦੀ ਨਾ ਹਰ 4 ਮਹੀਨੇ ਬਾਅਦ, ਇਹ ਮੋਦੀ ਸਰਕਾਰ ਹੀ ਪਾ ਕੇ ਦਿੰਦੀ ਹੈ। ਅਗਰ ਧਰਨੇ ਪ੍ਰਦਰਸ਼ਨ ਜਿਹੜੇ ਹੋ ਰਹੇ ਪੰਜਾਬ ਤੇ ਕੁਝ ਪਾਰਟ ਹਰਿਆਣਾ ਦੇ ਵਿੱਚ ਹੋ ਰਹੇ ਨੇ, ਪੂਰੇ ਦੇਸ਼ ਦੇ ਵਿੱਚ ਹਾਲਾਂਕਿ ਹੋ ਰਿਹਾ ਪ੍ਰਦਰਸ਼ਨ ਇੰਨੇ ਜ਼ਿਆਦਾ ਨਹੀਂ ਹੋ ਰਹੇ ਨੇ, ਕੀ ਕਾਰਨ ਮੰਨਦੇ ਕਿ ਪੰਜਾਬ ਦੇ ਵਿੱਚ ਜ਼ਿਆਦਾ ਟਰਮੋਇਲ ਹੋ ਰਿਹਾ ਇਹਦਾ? ਦੇਖੋ, ਪੰਜਾਬ ਦੀ ਜਿੱਥੇ ਸਰਕਾਰ ਹੀ ਕਿਸਾਨਾਂ ਨੂੰ ਉਕਸਾਉਣ 'ਚ ਲੱਗੀ ਹੈ, ਪੰਜਾਬ ਦੀ ਸਰਕਾਰ ਹੀ ਆਪਣੇ ਅਧਿਕਾਰੀਆਂ ਨੂੰ ਕਹਿ ਕੇ ਪੰਚਾਇਤਾਂ ਦੇ ਪ੍ਰਤੀਨਿਧੀਆਂ ਨੂੰ ਕਹਿੰਦੀ ਹੈ ਕਿ ਜਾ ਕੇ ਧਰਨੇ ਪ੍ਰਦਰਸ਼ਨ ਕਰੋ, ਜਿੱਥੇ ਦੀ ਸਰਕਾਰ ਹੀ ਮਾਹੌਲ ਖਰਾਬ ਕਰਨ ਲਈ ਤਿਆਰ ਹੈ, ਕਿਉਂਕਿ ਪੰਜਾਬ ਦੀ ਸਰਕਾਰ ਦੀ ਆਪਣੀ ਕੋਈ ਉਪਲਬਧੀ ਨਹੀਂ ਹੈ। ਕੈਪਟਨ ਸਾਹਿਬ ਨੂੰ ਲੱਗਦਾ ਹੁਣ ਮੈਂ ਜਨਤਾ ਦੇ ਵਿੱਚ ਕੀ ਮੂੰਹ ਲੈ ਕੇ ਜਾਵਾਂਗਾ, ਮੇਰੀ ਉਪਲਬਧੀ ਤਾਂ ਕੋਈ ਨਹੀਂ ਹੈ। ਮੈਂ ਕਿਸਾਨਾਂ ਲਈ ਕੈਪਟਨ ਸਾਹਿਬ ਨੂੰ ਲੱਗਦਾ ਕਿ ਮੈਂ ਕੁਝ ਨਹੀਂ ਕੀਤਾ। ਮੈਂ ਪ੍ਰਦੇਸ਼ ਲਈ ਇੰਡਸਟਰੀ ਨਹੀਂ ਲੈ ਕੇ ਆ ਪਾਇਆ, ਲੋਕਾਂ ਨੂੰ ਉਹ ਮਿਲਦੇ ਨਹੀਂ ਹੈ, ਤਾਂ ਉਹਨਾਂ ਲਈ ਰਾਜਨੀਤੀ ਕਰਨ ਦਾ ਇੱਕੋ ਹੀ ਤਰੀਕਾ ਬਚਿਆ ਹੈ ਕਿ ਲੋਕਾਂ ਤੱਕ ਤਾਂ ਕਦੇ ਗਏ ਨਹੀਂ ਤੇ ਹੁਣ ਆ ਕੇ ਕੇਵਲ ਸੜਕਾਂ ਤੇ ਅੰਦੋਲਨ ਕਰਨ ਲਈ ਕਿਸਾਨ ਨੂੰ ਲਾ ਦਿਓ ਤੇ ਆਪਣਾ ਅਗਲਾ ਚੁਣਾਵ ਦੇਖੋ। ਕਾਂਗਰਸ 2022 ਦਾ ਚੁਣਾਵ ਦੇਖ ਰਹੀ ਹੈ, ਅਸੀਂ ਭਾਰਤੀ ਜਨਤਾ ਪਾਰਟੀ 2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਹਰ ਕੋਸ਼ਿਸ਼ ਕਰ ਰਹੇ। ਇਹ ਅੰਤਰ ਹੈ 2 ਸੋਚਾਂ ਦੇ ਵਿੱਚ। ਨਾਲ ਹੀ ਬਿਆਨ ਕਾਫੀ ਆ ਰਹੇ। ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਕਿ ਜਿਹੜਾ ਵੀ ਬਾਹਰ ਤੋਂ ਆ ਕੇ ਸਾਈਲੋ ਲਾਏਗਾ ਅਸੀਂ ਉਹ ਤੋੜ ਦਾਂਗੇ, ਲੁਧਿਆਣੇ 'ਚ ਕਿ ਲੱਗਣ ਵਾਲਾ ਮੈਂ ਆਪ ਜਾ ਕੇ ਤੋੜਨ ਵਾਲਾ ਉਹਨੂੰ। ਤੇ ਬਾਕੀ ਨੇਤਾਵਾਂ ਦੇ ਬਿਆਨ ਆ ਰਹੇ ਕਿ ਅਸੀਂ ਕਿਸੇ ਨੂੰ ਵੜਨ ਨਹੀਂ ਦੇਣਾ। ਕੈਪਟਨ ਸਾਹਿਬ ਕਹਿ ਰਹੇ ਨੇ ਇਹ ਜਿਹੜਾ ਲਾਅ ਹੈ ਅਸੀਂ ਲਾਗੂ ਹੀ ਨਹੀਂ ਕਰਨਾ, ਤੇ ਇਹੋ ਜਿਹਾ ਪੋਸੀਬਿਲਿਟੀ ਹੈ ਕਿ ਸਟੇਟ ਲਾਗੂ ਨਹੀਂ ਕਰ ਸਕਦੀ ਅਗਰ ਕੋਈ ਸੈਂਟਰ ਕਾਨੂੰਨ ਬਣਾਏ ਤਾਂ? ਦੇਖੋ, ਲੋਕਾਂ ਨੇ ਇਹਨਾਂ ਨੂੰ ਤਾਂ ਜਵਾਬ ਦੇ ਦੇਣਾ ਹੈ ਕਿ ਇਹ ਆੜਤੀਆਂ ਦੇ ਹੱਥਾਂ 'ਚ ਖੇਲ ਰਹੇ ਨੇ, ਕਿ ਪੰਜਾਬ ਦੇ ਪੋਲੀਟੀਸ਼ੀਅਨਾਂ ਦੇ ਆਪਣਾ ਬਹੁਤ ਕੁਝ ਸਟੇਕ ਤੇ ਹੈ ਜਿਹੜਾ ਕਿਸਾਨ ਦੀ ਕਮਾਈ ਨਹੀਂ ਵਧਣੇ ਦੇਣਾ ਚਾਹੁੰਦੇ। ਕੋਈ ਐਮਪੀ ਜਾ ਕੇ ਤੋੜ-ਫੋੜ ਕਿੱਦਾਂ ਕਰੇਗਾ? ਇਹ ਪਾਰਲੀਮੈਂਟ 'ਚ ਕਾਨੂੰਨ ਪਾਸ ਹੋਣਾ ਹੋਵੇ, ਜੇ ਤਰਕ ਖਤਮ ਹੋ ਗਏ ਤਾਂ ਇਹਨਾਂ ਨੇ ਕਿਤਾਬਾਂ ਫਾੜਨੀਆਂ ਸ਼ੁਰੂ ਕਰਤੀਆਂ, ਇਹਨਾਂ ਨੇ ਬਿੱਲ ਫਾੜਨੇ ਸ਼ੁਰੂ ਕਰਤੇ, ਮਾਈਕ ਤੋੜਨੇ ਸ਼ੁਰੂ ਕਰਤੇ। ਇਹ ਲੋਕਤੰਤਰ ਦੇ ਵਿੱਚ ਜੇ ਆਪਣੀ ਆਵਾਜ਼ ਨਹੀਂ ਰੱਖ ਪਾ ਰਹੇ, ਤਰਕ ਨਹੀਂ ਦੇ ਪਾ ਰਹੇ, ਕਾਂਗਰਸ ਜਵਾਬ ਨਹੀਂ ਦੇ ਪਾ ਰਹੀ ਕਿ 2014 'ਚ, 2019 'ਚ, 2017 'ਚ ਤਿੰਨਾਂ ਮੌਕਿਆਂ ਤੇ ਕਾਂਗਰਸ ਨੇ ਕਿਹਾ ਕਿ ਅਸੀਂ ਆਪਣੇ 11 ਮੁੱਖ ਮੰਤਰੀਆਂ ਨਾਲ ਗੱਲ ਕੀਤੀ, ਅਸੀਂ ਮੰਡੀ ਵਾਲੇ ਸਿਸਟਮ ਤੋਂ ਬਾਹਰ ਆ ਕੇ ਕੰਮ ਕਰਾਂਗੇ, ਕਿਸਾਨਾਂ ਨੂੰ ਮੌਕਾ ਦੇਵਾਂਗੇ। ਤੇ ਅੱਜ ਕਾਂਗਰਸ ਕੋ ਉੱਤਰ ਨਹੀਂ ਹੈ ਤਾਂ ਅੱਜ ਤੋੜ-ਫੋੜ ਤੇ ਆ ਗਈ ਹੈ। ਇਹਨਾਂ ਨੂੰ ਕਿਸਾਨ ਜਵਾਬ ਦੇਗਾ ਕਿ ਤੁਸੀਂ ਇਹਨਾਂ ਦੇ ਪਰਿਵਾਰਾਂ ਦੀ ਆਮਦਨ ਨਹੀਂ ਵਧਣ ਦਿੱਤੀ, ਕਿਸਾਨਾਂ ਦੀ ਆਮਦਨ ਨਹੀਂ ਵਧਣ ਦਿੱਤੀ। ਕੀ ਕਾਰਨ ਹੈ ਅੱਜ ਪੰਜਾਬ ਦਾ ਕਿਸਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਜਾਣ ਦੀ ਕੋਸ਼ਿਸ਼ ਕਰਦਾ ਹੈ? ਕਿਉਂਕਿ ਇਹਨਾਂ ਨੇ ਮੌਕਾ ਨਹੀਂ ਦਿੱਤਾ ਕਦੇ ਪੰਜਾਬ ਦੇ ਕਿਸਾਨ ਨੂੰ ਅੱਗੇ ਵਧਣ ਦਾ।
ਇਹ ਜਵਾਬ ਦੇਣਾ ਚਾਹੀਦਾ ਹੈ ਕਾਂਗਰਸ ਤੇ ਅਕਾਲੀ ਦਲ ਨੂੰ। ਜਿਹੜਾ ਜੀ ਲਾਅ ਅਸੀਂ ਕਹਿੰਦੇ ਕਿ ਲਾਅ ਪਾਰਿਤ ਨਹੀਂ ਹੋਣ ਦੇਣਾ, ਸਟੇਟ ਕਰ ਸਕਦੀ ਹੈ, ਇਹ ਜਿਹਾ ਹੋ ਸਕਦੀ ਕੋਈ ਪਾਵਰ? ਦੇਖੋ ਇਹਦੇ 'ਚ ਪਾਵਰ ਬੜੀ ਸਿੱਧੀ ਹੈ। ਮੰਡੀਆਂ ਰੱਖਣੀਆਂ ਤਾਂ ਰਾਜੇ ਦਾ ਵਿਸ਼ੇ ਹੈ। ਅਸੀਂ ਮੰਡੀ ਬੰਦ ਨਹੀਂ ਕੀਤੀ, ਅਸੀਂ ਕਿ ਮੰਡੀ ਰਵੇ। ਜੇ ਮੰਡੀ ਰਹੇਗੀ ਤਾਂ ਕਿਸਾਨ ਕੋ ਆੜਤੀ ਕੋਲ ਜਾਣਾ, ਆੜਤੀ ਕੋਲ ਜਾਣਾ ਹੈ। ਜੇ ਨਵੇਂ ਵਪਾਰੀ 10 ਖੜੇ ਨੇ ਉਹਨਾਂ ਕੋਲ ਜਾਣਾ ਤਾਂ ਉਹਨਾਂ ਕੋਲ ਜਾਵੇ। ਇਹ ਤਾਂ ਕਿਸਾਨ ਦੇ ਉੱਪਰ ਨਿਰਭਰ ਹੈ। ਅਸੀਂ ਮਨਾ ਨਹੀਂ ਕੀਤਾ ਕਿ ਮੰਡੀ ਦਾ ਆੜਤੀ ਨੂੰ ਬੰਦ ਕਰੋ। ਹੁਣ ਪੰਜਾਬ ਨੂੰ ਇਹ ਡਰ ਕਿਉਂ ਹੈ? ਕਿਉਂਕਿ ਅਸੀਂ ਕਿਸਾਨ ਨੂੰ ਕਹਤਾ ਜਿਹੜਾ ਤੁਸੀਂ ਦੂਜੇ ਪਾਸੇ ਵੇਚੇਂਗੇ ਉੱਥੇ ਕੋਈ ਟੈਕਸ ਨਹੀਂ ਲੱਗਣਾ। ਪੰਜਾਬ ਨੂੰ ਪੀੜਾ ਹੈ ਹੋ ਰਹੀ ਹੈ ਕਿ ਉਹਨਾਂ ਦਾ ਟੈਕਸ ਜਾਏਗਾ ਮੰਡੀ 'ਚੋਂ। ਉਹਨਾਂ ਨੂੰ ਇਹ ਪਤਾ ਹੈ ਕਿਸਾਨ ਦਾ ਲਾਭ ਹੋ ਰਿਹਾ ਹੈ। ਉਹ ਤਾਂ ਕਹਿੰਦੇ ਸਾਡੀ ਸੜਕਾਂ ਬਣਨੀਆਂ ਬੰਦ ਹੋ ਜਾਣਗੀਆਂ ਤੇ ਤੁਸੀਂ ਕਿਸਾਨ ਦੀ ਕਮਾਈ ਤੋਂ ਆਪਣੀ ਸੜਕਾਂ ਬਣਾਉਣੀਆਂ ਨੇ। ਕੋਈ ਜਵਾਬ ਤਾਂ ਦੇ ਕਾਂਗਰਸ ਦਾ ਨੇਤਾ। ਇਸ ਗੱਲ ਦਾ ਜਵਾਬ ਕੋਈ ਨਹੀਂ ਤਾਂ ਆ ਕੇ ਦੇਸ਼ ਦੀ ਪਟਰੀ ਰੋਕ ਲਾਓ, ਦੇਸ਼ ਦੀ ਸੜਕਾਂ ਰੋਕ ਲਾਓ, ਆ ਕੇ ਕੁਝ ਬਣੇਗਾ ਉਹਨੂੰ ਤੋੜ-ਫੋੜ ਕਰ ਦਿਓ। ਇਹ ਦੇਸ਼ ਕਦੇ ਵੀ ਕਾਂਗਰਸ ਨੂੰ ਮਾਫ ਨਹੀਂ ਕਰੇਗਾ। ਆਪਣੀ ਰਾਜਨੀਤੀ ਲਈ ਇਹ ਸਦਾ ਇਹੋ ਜਿਹੇ ਕੰਮ ਕਰਦੇ ਰਹੇ ਨੇ ਜਿਨ੍ਹਾਂ ਨੇ ਆਪਣੇ ਖਜ਼ਾਨੇ ਭਰੇ ਨੇ ਲੇਕਿਨ ਕਿਸਾਨਾਂ ਦੀ ਜੇਬਾਂ ਖਾਲੀ ਕਰਤੀਆਂ। ਇੱਕ ਤੁਹਾਡਾ ਭਾਈਵਾਲ ਪੁਰਾਣਾ ਅਕਾਲੀ ਦਲ, ਉਹ ਵੀ ਪਹਿਲਾਂ ਸਪੋਰਟ ਕਰਦੇ ਰਹੇ, ਬਾਅਦ ਦੇ ਵਿੱਚ ਚਲੇ ਗਏ। ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ। ਕੱਲ ਵੱਡਾ ਬਿਆਨ ਸੁਖਬੀਰ ਬਾਦਲ ਨੇ ਦਿੱਤਾ ਹੈ, ਕਹਿੰਦੇ ਕਿ ਜਿਸ ਤਰ੍ਹਾਂ ਜਾਪਾਨ ਤੇ ਅਮਰੀਕਾ ਨੇ ਇੱਕੋ ਬੰਬ ਸੁੱਟਿਆ ਸੀਗਾ, ਤਹਿਸ ਮਹਿਸ ਹੋ ਗਿਆ, ਅਸੀਂ ਵੀ ਇੱਕੋ ਹੀ ਇਸਤੀਫੇ ਦਾ ਬੰਬ ਸੁੱਟਿਆ ਤੇ ਸਰਕਾਰ ਘੁਟਨਿਆਂ ਤੇ ਆ ਗਈ ਹੈ। ਸਾਰੇ ਮੰਤਰੀ ਕਹਿੰਦੇ ਪੀਸੀਆਂ ਕਰ ਰਹੇ, ਪਹਿਲਾਂ ਕੋਈ ਬੋਲਦਾ ਨਹੀਂ ਸੀ। ਇਹ ਲੜਾਈ ਜਾਰੀ ਰੱਖਣਗੇ। ਉਹਨਾਂ ਦੇ ਇਸ ਵਿਵਹਾਰ ਨੂੰ ਕਿਸ ਤਰ੍ਹਾਂ ਦੇਖ ਰਹੇ? ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ, ਸਰਕਾਰ ਜੋ ਬਿੱਲ ਲੈ ਕੇ ਆਈ ਹੈ, ਜੋ ਕਾਨੂੰਨ ਬਣਾ ਰਹੀ ਹੈ, ਇਹ ਕਿਸਾਨਾਂ ਦੇ ਹਿੱਤ 'ਚ ਹੈ। ਇਹ ਮੇਰੀ ਜ਼ਿੰਮੇਵਾਰੀ ਹੈ। ਇਹ ਤੁਹਾਡੇ ਟੀਵੀ ਚੈਨਲਾਂ ਦੀ ਵੀ ਜ਼ਿੰਮੇਵਾਰੀ ਕਿ ਤੁਸੀਂ ਜਨ ਜਨ ਤੱਕ ਪਹੁੰਚਾਓ ਕਿ ਜੇ ਮੰਡੀ 'ਚ ਟੈਕਸ 8.5% ਪੰਜਾਬ 'ਚ ਨਹੀਂ ਲੱਗੇਗਾ ਤਾਂ ਕਿੰਨਾ ਪੈਸਾ 3,500 ਕਰੋੜ ਜਿਹੜਾ ਬਚੇਗਾ, ਉਹ 3,500 ਕਰੋੜ ਰੁਪਇਆ ਕੀ ਉਹਦੇ ਬਦਲੇ ਜ਼ਿਆਦਾ ਕੀਮਤਾਂ ਕਿਸਾਨ ਨੂੰ ਮਿਲਣਗੀਆਂ? ਜੇ ਮਿਲਣਗੀਆਂ, ਜੇ ਕਿਸਾਨ ਨੂੰ ਫਾਇਦਾ ਹੋਏਗਾ ਤਾਂ ਇਹਦੇ 'ਚ ਬਾਕੀਆਂ ਨੂੰ ਵਿਰੋਧ ਕਿਉਂ ਹੈ? ਜੇ ਮੈਂ ਅੱਜ ਪੀਸੀ ਕਰ ਰਿਹਾ ਤਾਂ ਮੈਂ ਆਪਣੇ ਦੇਸ਼ ਦੇ ਕਿਸਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ, ਆਮ ਜਨਤਾ ਨੂੰ ਸਮਝਾ ਰਿਹਾ ਕਿ ਕਾਂਗਰਸ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਮੈਂ ਰਾਹੁਲ ਗਾਂਧੀ ਵਾਂਗੂ ਪ੍ਰੈਸ ਕਾਨਫਰੰਸ ਨਹੀਂ ਕਰ ਰਿਹਾ ਕਿ ਉਹਨਾਂ ਨੇ 2014 'ਚ ਕਿਹਾ ਅਜੇ ਮਾਕਨ ਨਾਲ ਮਿਲ ਕੇ ਕਿ ਅਸੀਂ 11 ਮੁੱਖ ਮੰਤਰੀ ਨਾਲ ਮਿਲ ਕੇ ਤੈਅ ਕਰਤਾ ਹੈ ਕਿ ਅਸੀਂ ਮੰਡੀ ਐਕਟ ਤੋਂ ਬਾਹਰ ਆਵਾਂਗੇ, ਤੇ ਅੱਜ 2020 'ਚੋਂ ਵਿਰੋਧ ਕਿਉਂ ਕਰ ਰਹੇ ਨੇ? ਸਹੀ ਗੱਲ ਹੈ ਕਿ ਨਹੀਂ ਹੈ? ਤਾਂ ਦੂਸਰੀ ਗੱਲ ਇਹ ਆਉਂਦੀ ਹੈ, ਜੇ ਉਹਨਾਂ ਨੇ ਐਡਾ ਹੀ ਵੱਡਾ ਬੰਬ ਛੱਡਤਾ ਹੈ ਤਾਂ ਦੇਖ ਲੈਣ ਕਿਸਾਨ ਕਿਹਦੇ ਵੱਲ ਜਾਂਦੇ ਨੇ। ਕਿਸਾਨ ਕਿਹਦੇ ਵੱਲ ਜਾਂਦੇ ਨੇ? ਅਸੀਂ ਸੱਚੇ ਮਨ ਨਾਲ ਕਿਸਾਨਾਂ ਦੇ ਖਾਤਿਆਂ 'ਚ ਪੈਸਾ ਵੀ ਪਾਇਆ। ਲੋਕ ਕੀ ਕਹਿੰਦੇ ਸੀ 2019 ਦੇ ਚੁਣਾਵ ਤੋਂ ਪਹਿਲੇ ਪਾਇਆ, ਬਾਅਦ 'ਚੋਂ ਨਹੀਂ ਪਾਣਗੇ। ਅਸੀਂ ਆਪਦਾ ਦੇ ਟਾਈਮ ਤੇ, ਮਹਾਮਾਰੀ ਦੇ ਟਾਈਮ ਤੇ ਵੀ 3 ਮਹੀਨੇ ਪਹਿਲੇ ਜੂਨ ਦੀ ਕਿਸ਼ਤ ਅਪ੍ਰੈਲ 'ਚ 2,000 ਰੁਪਏ ਦੀ ਕਿਸਾਨਾਂ ਦੇ ਖਾਤੇ 'ਚ ਪਾਤੀ। ਕਿੰਨਾ ਪੈਸਾ? 20,000 ਕਰੋੜ ਰੁਪਇਆ ਕਿਸਾਨ ਦੇ ਖਾਤੇ 'ਚ ਪਾਇਆ। ਉਸ ਤੋਂ ਇਲਾਵਾ ਕਿਸਾਨਾਂ ਨੂੰ 96,000 ਕਰੋੜ ਰੁਪਏ ਕਰਜ਼ੇ ਦੇ ਰੂਪ 'ਚ ਦਿੱਤਾ। ਉਸ ਤੋਂ ਇਲਾਵਾ ਉਹਨਾਂ ਦੀ ਖਰੀਦ ਕਰਨ ਲਈ MSP ਦਾ ਪੈਸਾ ਅਸੀਂ ਦਿੱਤਾ। ਹੁਣ ਸਮਰਥਨ ਮੁੱਲ ਨਵੀਂ ਜਿਹੜੀ ਕ੍ਰੌਪ ਆ ਰਹੀ ਹੈ ਉਹਦੇ ਲਈ ਅਸੀਂ MSP ਦਾ ਰੇਟ ਅੱਗੇ ਵਧਾ ਕੇ ਹੋਰ ਦਿੱਤੇ ਨੇ। 35% ਤੋਂ 73% ਕੀਮਤਾਂ MSP ਦੀ ਅਸੀਂ ਵਧਾਈਆਂ ਪਿਛਲੇ 5 ਸਾਲਾਂ 'ਚ ਕਿਸਾਨ ਲਈ। ਮੋਦੀ ਸਰਕਾਰ ਨੇ ਖਰੀਦ गेहूं ਦੀ 73% ਤੇ ਧਾਨ ਦੀ 114% ਜ਼ਿਆਦਾ ਹੋਈ ਪਿਛਲੇ 6 ਸਾਲਾਂ 'ਚ ਕਾਂਗਰਸ ਦੇ ਮੁਕਾਬਲੇ। ਕਿਸਾਨ ਨੂੰ 20 ਲੱਖ ਕਰੋੜ ਰੁਪਏ ਮਿਲਦਾ ਸੀ, ਅਸੀਂ 35 ਲੱਖ ਕਰੋੜ ਰੁਪਏ ਦਿੱਤਾ ਪਿਛਲੇ 6 ਸਾਲਾਂ ਦੇ ਅੰਦਰ। ਇੱਕ ਇਹਦੇ 'ਚ ਆਖਰੀ ਸਵਾਲ ਮੇਰਾ ਕਿ ਜਿਹੜੀ ਜੀ ਸਟੋਰੇਜ ਹੈ, ਉਹ ਕਿਹਾ ਜਾ ਰਿਹਾ ਕਿ ਪੂੰਜੀਪਤੀ ਜਿਹੜਾ ਹੈ ਵੱਡਾ ਵਪਾਰੀ ਜਿੰਨੀ ਮਰਜ਼ੀ ਸਟੋਰੇਜ ਕਰ ਸਕਦਾ, ਤਾਂ ਕਿਸਾਨ ਇਹ ਵੀ ਕਹਿ ਰਹੇ ਨੇ ਉਹ ਸਾਤੋਂ ਲੈ ਕੇ ਸਟੋਰ ਕਰੇਗਾ, ਅੱਗੇ ਮਹਿੰਗਾ ਵੇਚੇਗਾ ਸਾਰਿਆਂ ਨੂੰ। ਫਿਰ ਸਟੋਰ ਕਰਨ ਤੋਂ ਬਾਅਦ ਉਹਦੇ ਤੇ ਕਿੱਦਾਂ ਸਰਕਾਰ ਨਿਪਟੇਗੀ? ਮੈਨੂੰ ਇੱਕ ਗੱਲ ਦੱਸੋ, ਅੱਜ ਕੀ ਵਪਾਰੀ ਸਟੋਰ ਨਹੀਂ ਕਰਦੇ? ਅੱਜ ਵਪਾਰੀ ਸਟੋਰ ਨਹੀਂ ਕਰਦੇ? ਜਮਾਖੋਰੀ ਦੀ ਗੱਲ ਕਰ ਰਹੇ ਨੇ ਕਿ ਜਮਾਖੋਰੀ ਹੋ ਜਾਏਗੀ। ਜਮਾਖੋਰੀ ਕੌਣ ਕਰੇਗਾ? ਮਾਰਕੀਟ, ਬਲੈਕ ਮਾਰਕੀਟ ਜੋ ਵੀ ਕਰ। ਇੱਦਾਂ ਨਹੀਂ ਹੈ, ਦੇਸ਼ ਦੀ ਸਰਕਾਰਾਂ ਕੰਮ ਕਰਦੀਆਂ। ਜੇ ਅੱਜ ਵੀ ਕੋਈ ਬਲੈਕ ਮਾਰਕੀਟਿੰਗ ਕਰਦਾ ਹੈ, ਕੋਈ ਜ਼ਿਆਦਾ ਸਟੋਰ ਕਰਕੇ ਉਹਨੂੰ ਹੋਲਡ ਕਰਦਾ ਹੈ, ਰੋਕਦਾ ਹੈ ਤੇ ਮਾਰਕੀਟ 'ਚ ਨਹੀਂ ਆਉਣ ਦਿੰਦਾ, ਉਹਦੇ ਖਿਲਾਫ ਕਾਨੂੰਨ ਹੈ, ਉਹਦੇ ਉੱਪਰ ਕਾਰਵਾਈ ਹੁੰਦੀ ਹੈ। ਅੱਜ ਕੱਲ੍ਹ ਤਾਂ ਇਹ ਹੋ ਗਿਆ ਕਿ ਕਿਸਾਨਾਂ ਨੂੰ ਆਪਣੀ ਫਸਲ ਸੜਕ ਤੇ ਸੁੱਟਣੀ ਪੈਂਦੀ ਹੈ ਕਿ ਦਾਮ ਚੰਗੇ ਨਹੀਂ ਮਿਲਦੇ। ਇੱਥੇ ਗਰੰਟੀ ਹੋ ਰਹੀ ਹੈ ਕਿ ਘੱਟ ਤੋਂ ਘੱਟ ਇੰਨਾ ਦਾਮ ਤਾਂ ਤੁਹਾਨੂੰ ਮਿਲੇਗਾ ਹੀ। ਜੇ ਮਾਰਕੀਟ 'ਚ ਦਾਮ ਵੱਧ ਜਾਏਗਾ ਤਾਂ ਉਸ ਦਾਮ ਦੇ ਵਧੇ ਦਾਮ ਤੇ ਵੀ ਤੁਹਾਨੂੰ ਪੈਸਾ ਕਿਸਾਨ ਨਾਲ ਸ਼ੇਅਰ ਕੀਤਾ ਜਾਏਗਾ ਕਟਾਈ ਦੇ ਟਾਈਮ ਤੇ। ਇਹ ਤਾਂ ਪਹਿਲੇ ਕਦੇ ਸੀਗਾ ਹੀ ਨਹੀਂ, ਇਹ ਤਾਂ ਅਸੀਂ ਲੈ ਕੇ ਆਏ ਹਾਂ। ਤੁਸੀਂ ਕਿਸਾਨਾਂ ਨੂੰ ਇਨਸ਼ੋਰ ਕਰਦੇ ਹੋ ਕਿ ਕੋਈ ਡਰ? ਮੈਂ ਕਿਸਾਨ ਭਾਈਆਂ ਤੇ ਭੈਣਾਂ ਨੂੰ ਪੂਰੀ ਗਰੰਟੀ ਦੇ ਰਿਹਾ
ਕਿ ਐਮਐਸਪੀ ਪਹਿਲੇ ਵੀ ਸੀ, ਐਮਐਸਪੀ ਅੱਜ ਵੀ ਹੈ, ਐਮਐਸਪੀ ਅੱਗੇ ਵੀ ਹੋਏਗਾ। ਅਸੀਂ ਕਾਂਗਰਸ ਦੇ ਮੁਕਾਬਲੇ ਐਮਐਸਪੀ 35% ਤੋਂ 73%, गेहूं धान तून सब सारियां दे मिला के दाल चावल चना ਇਹ ਸਾਰਿਆਂ ਲਈ, मूंगफली तक ਸਾਰਿਆਂ ਲਈ ਅਸੀਂ 35 ਤੋਂ 73% ਇਹਦਾ ਅਰਹਰ ਹੋਵੇ, ਬਾਕੀ ਦਾਲਾਂ ਹੋਣ, ਇਹਦੇ ਵੀ ਵਧਾਏ, ਦਾਮ ਵਧਾਏ ਨੇ ਐਮਐਸਪੀ ਦੇ। ਖਰੀਦ ਵੀ ਅਸੀਂ ਦੁੱਗਣੀ ਕਰਤੀ, 114% ਕੀਤੀ ਹੈ। ਕੋਈ ਸ਼ੰਕਾ ਕਿਸਾਨ ਦੇ ਮਨ 'ਚ ਨਹੀਂ ਹੋਣੀ ਚਾਹੀਦੀ। ਅਸੀਂ ਉਹਨਾਂ ਦੀ ਲਾਗਤ ਵੀ ਘਟਾਉਣ ਲਈ ਖਾਦ ਦੀ ਕੀਮਤ ਘਟਾਉਣ ਦਾ ਕੰਮ ਕੀਤਾ ਹੈ, ਉਹਨਾਂ ਨੂੰ ਹੋਰ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ, ਅੱਗੇ ਵੀ ਕਰਾਂਗੇ। ਬਿਲਕੁਲ, ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਇਸ ਅਨੁਰਾਗ ਠਾਕੁਰ ਜਿਨ੍ਹਾਂ ਨੇ ਕਈ ਸਵਾਲ ਜਿਹੜੇ ਕਿਸਾਨਾਂ ਦੇ ਮਨ 'ਚ ਨੇ ਉਹਨਾਂ ਦੇ ਜਵਾਬ ਦਿੱਤੇ ਨੇ, ਤੇ ਇਹ ਵੀ ਕਿਹਾ ਕਿ ਪੂਰੇ ਜਿਹੜਾ ਪੰਜਾਬ 'ਚ ਹੀ ਇਹ ਸਭ ਹੋ ਰਿਹਾ ਤੇ ਇਹਦੇ ਨਾਲ ਕਿਸੇ ਨਾ ਕਿਤੇ ਪੋਲੀਟਿਕਸ ਵੀ ਉੱਥੋਂ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ ਨਾਲ ਨਿਤਿਨ ਧੀਮਾਨ, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।